मार्च 1931 ਦੇ ਦਿਨ ਦੀ ਸ਼ੁਰੂਆਤ ਕਿਸੇ ਆਮ ਦਿਨ ਦੇ ਵਾਂਗ ਹੀ ਹੋਈ ਸੀ। ਫਰਕ ਸਿਰਫ ਇੰਨਾ ਸੀ ਕਿ ਰਾਤ ਦੀ ਹਨੇਰੀ ਸਵੇਰ ਹੁੰਦਿਆਂ ਪਿਆਰ ਦੇ ਵਿੱਚ ਬਦਲ ਗਈ ਸੀ। ਪਰ ਕੈਦੀਆਂ ਨੂੰ ਥੋੜਾ ਜਿਹਾ ਉਸ ਵੇਲੇ ਅਜੀਬ ਲੱਗਦਾ ਹੈ ਜਿਸ ਵੇਲੇ 4 ਵਜੇ ਹੀ ਵਾਰਡਨ ਆ ਕੇ ਕੈਦੀਆਂ ਨੂੰ ਆਪਣੀਆਂ ਕੋਠੜੀਆਂ ਵਿੱਚ ਵਾਪਸ ਜਾਣ ਦੇ ਲਈ ਹੁਕਮ ਦੇ ਦਿੰਦਾ ਹੈ। ਹਾਲਾਂਕਿ ਕੈਦੀਆਂ ਦੇ ਹੈਰਾਨੀਜਨਕ ਚਿਹਰੇ ਇਹ ਦਰਸਾ ਰਹੇ ਸਨ ਕਿ ਉਹ ਵਾਰਡਨ ਤੋਂ ਇਸ ਹੁਕਮ ਦਾ ਕਾਰਨ ਤਾਂ ਪੁੱਛਣਾ ਚਾਹੁੰਦੇ ਨੇ, ਪਰ ਇਸ ਤੋਂ ਪਹਿਲਾਂ ਵਾਰਡਨ ਨੇ ਇਸ ਦੇ ਉਲਟ ਇਹ ਕਹਿ ਕੇ ਟਾਲ ਦਿੱਤਾ ਕਿ ਉੱਪਰੋਂ ਆਦੇਸ਼ ਹੋਏ ਨੇ ਤੇ ਸਾਰੇ ਕੈਦੀ ਕੋਠੜੀਆਂ ਦੇ ਅੰਦਰ ਚਲੇ ਜਾ। ਕੈਦੀ ਜਿਸ ਵੇਲੇ ਕੋਠੜੀਆਂ ਦੇ ਅੰਦਰ ਜਾ ਵੜੇ ਤਾਂ ਕੋਠੜੀਆਂ ਦੇ ਅੱਗੋਂ ਆਉਂਦੇ ਰਸਤੇ ਦੇ ਵਿੱਚੋਂ ਨਿਕਲਦੇ ਵਾਰਡਨ ਨੇ ਹੌਲੀ-ਹੌਲੀ ਫੁਸਫੁਸਾਉਣਾ ਸ਼ੁਰੂ ਕੀਤਾ ਕਿ ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਇਸ ਹੁੰਦਿਆਂ ਹੀ ਕੈਦੀਆਂ ਦੇ ਵਿੱਚ ਅਸ਼ਾਂਤੀ ਫੈਲ ਗਈ। ਉਹਨਾਂ ਨੇ ਵਾਰਡਨ ਨੂੰ ਕਿਹਾ ਕਿ ਭਗਤ ਸਿੰਘ ਨਾਲ ਸੰਬੰਧਿਤ ਉਹਨਾਂ ਨੂੰ ਚੀਜ਼ਾਂ ਦੇ ਦਿੱਤੀਆਂ ਜਾਣ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਦੱਸ ਸਕਣ ਕਿ ਉਹਨਾਂ ਨੇ ਵੀ ਕਦੇ ਭਗਤ ਸਿੰਘ ਦੇ ਨਾਲ ਜੇਲ੍ਹ ਕੱਟੀ ਹੈ। ਜੇਲ੍ਹ 'ਚ ਰਹਿੰਦਿਆਂ ਭਗਤ ਸਿੰਘ ਨੇ ਬਹੁਤ ਤਸ਼ੱਦਦ ਸਿਆ। ਜੇਲ੍ਹ ਦੇ ਵਿੱਚ ਜਿੱਥੇ ਉਹਨਾਂ ਦਾ ਕੋਠੜੀ ਨੰਬਰ 14 ਸੀ ਉਸ ਦਾ ਧਰਾਤਲ ਵੀ ਕੱਚਾ ਸੀ ਅਤੇ ਕੋਠੜੀ ਦੇ ਵਿੱਚ ਸਿਰਫ ਇੰਨੀ ਕੁ ਜਗ੍ਹਾ ਸੀ ਜਿਸ ਦੇ ਵਿੱਚ ਕਿ ਉਹਨਾਂ ਦਾ 5 ਫੁੱਟ 10 ਇੰਚ ਦਾ ਸਰੀਰ ਮਸਾਂ ਹੀ ਸਮਾਉਂਦਾ ਸੀ। ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਹੁੰਦੀ ਹੈ, ਫਾਂਸੀ ਦੇਣ ਤੋਂ 2-3 ਘੰਟੇ ਪਹਿਲਾਂ ਉਹਨਾਂ ਦੇ ਵਕੀਲ ਪ੍ਰਨਾਮ ਨਾਥ ਮਹਿਤਾ ਭਗਤ ਸਿੰਘ ਨੂੰ ਮਿਲਣ ਪਹੁੰਚਦੇ ਨੇ, ਜਿੱਥੇ ਕਿ ਮਹਿਤਾ ਨੇ ਬਾਅਦ ਵਿੱਚ ਸਾਰੇ ਵਾਕਿਆ ਨੂੰ ਲਿਖਤੀ ਰੂਪ ਦੇ ਵਿੱਚ ਦੱਸਿਆ ਵੀ ਹੈ। ਮਹਿਤਾ ਦੇ ਅਨੁਸਾਰ ਭਗਤ ਸਿੰਘ ਆਪਣੀ ਛੋਟੀ ਜਿਹੀ ਬੰਦ ਕੋਠੜੀ ਦੇ ਵਿੱਚ ਇਸ ਤਰ੍ਹਾਂ ਘੁੰਮ ਫਿਰ ਰਹੇ ਸਨ ਜਿਵੇਂ ਕੋਈ ਸ਼ੇਰ ਬੰਦ ਪਿੰਜਰੇ ਦੇ ਵਿੱਚ ਚੱਕਰ ਲਗਾਉਂਦਾ ਹੈ। ਉਹਨਾਂ ਕਿਹਾ ਕਿ ਜਿਸ ਵੇਲੇ ਮੈਂ ਭਗਤ ਸਿੰਘ ਦੇ ਕੋਲ ਪੁੱਜਾ ਤਾਂ ਉਹਨਾਂ ਨੇ ਮੁਸਕਰਾ ਕੇ ਪਹਿਲਾਂ ਮੇਰਾ ਸਵਾਗਤ ਕੀਤਾ ਤੇ ਫਿਰ ਪੁੱਛਿਆ ਕਿ ਮੇਰੀ ਕਿਤਾਬ ਲੈ ਕੇ ਆਇਓ। ਜਦ ਮਹਿਤਾ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਤਾਬ ਦੇ ਦਿੱਤੀ ਤਾਂ ਉਹਨਾਂ ਨੇ ਬਿਨਾਂ ਕੋਈ ਸਮਾਂ ਗਵਾਏ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਉਂ ਮੰਨੋ ਜਿਵੇਂ ਉਹਨਾਂ ਦੇ ਕੋਲ ਇਸ ਕਿਤਾਬ ਨੂੰ ਖਤਮ ਕਰਨ ਦੇ ਲਈ ਬਹੁਤ ਹੀ ਥੋੜੇ ਪਲ ਸਨ। ਮਹਿਤਾ ਦੱਸਦੇ ਨੇ ਕਿ ਜਿਸ ਵੇਲੇ ਭਗਤ ਸਿੰਘ ਕਿਤਾਬ ਪੜ੍ਹਨ ਦੇ ਵਿੱਚ ਵਿਅਸਤ ਹੋ ਗਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਦੇਸ਼ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਨੇ ਤਾਂ ਉਹਨਾਂ ਕਿਹਾ ਕਿ ਭਗਤ ਸਿੰਘ ਨੇ ਅੱਖਾਂ ਬਿਨਾਂ ਕਿਤਾਬ ਦੇ ਉੱਤੋਂ ਚੁੱਕੇ ਹੀ ਮੈਨੂੰ ਜਵਾਬ ਦੇ ਦਿੱਤਾ ਕਿ ਸਿਰਫ 2 ਹੀ ਸੰਦੇਸ਼ ਨੇ, ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਜਿਸ ਤੋਂ ਉਪਰੰਤ ਕਿ ਮਹਿਤਾ ਰਾਜਗੁਰੂ ਅਤੇ ਸੁਖਦੇਵ ਨੂੰ ਵੀ ਮਿਲੇ ਅਤੇ ਉੱਥੋਂ ਚਲੇ ਗਏ। ਦੱਸਿਆ ਜਾਂਦਾ ਹੈ ਕਿ ਇਸ ਤੋਂ ਕੁਝ ਸਮੇਂ ਬਾਅਦ ਹੀ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਜਾਣਕਾਰੀ ਦਿੰਦਿਆਂ ਜੇਲ੍ਹ ਅਧਿਕਾਰੀਆਂ ਨੇ ਤਿੰਨਾਂ ਹੀ ਕ੍ਰਾਂਤੀਕਾਰੀਆਂ ਨੂੰ ਦੱਸਿਆ ਕਿ ਉਹਨਾਂ ਨੂੰ ਫਾਂਸੀ ਦੀ ਤਰੀਕ ਤੋਂ 12 ਘੰਟੇ ਪਹਿਲਾਂ ਹੀ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ, ਕਿਉਂਕਿ ਜਿੱਥੇ ਅਗਲੇ ਦਿਨ 6 ਵਜੇ ਫਾਂਸੀ ਹੋਣੀ ਸੀ, ਇਸ ਦੀ ਬਜਾਏ ਉਹਨਾਂ ਨੂੰ ਉਸੇ ਰਾਤ ਸ਼ਾਮ 7 ਵਜੇ ਫਾਂਸੀ ਤੇ ਚੜਾ ਦੇਣਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦਿਨ ਭਗਤ ਸਿੰਘ ਨੇ ਜੇਲ੍ਹ ਦੇ ਇੱਕ ਕਰਮਚਾਰੀ ਨੂੰ ਇਹ ਵੀ ਗੁਜ਼ਾਰਿਸ਼ ਕੀਤੀ ਸੀ ਕਿ ਉਹਨਾਂ ਨੂੰ ਫਾਂਸੀ ਹੋਣ ਤੋਂ ਇੱਕ ਰਾਤ ਪਹਿਲਾਂ ਉਹ ਆਪਣੇ ਘਰ ਦਾ ਖਾਣਾ ਖਵਾਉਣ, ਪਰ ਜਿਸ ਵੇਲੇ ਫਾਂਸੀ ਉਸੇ ਸ਼ਾਮ ਹੋ ਜਾਂਦੀ ਹੈ ਤਾਂ ਭਗਤ ਸਿੰਘ ਦੀ ਇਹ ਆਖਰੀ ਇੱਛਾ ਵੀ ਇੱਛਾ ਹੀ ਰਹਿ ਗਈ। ਕੁਝ ਸਮੇਂ ਬਾਅਦ ਤਿੰਨਾਂ ਹੀ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ ਲਈ ਕੋਠੜੀਆਂ ਤੋਂ ਬਾਹਰ ਕੱਢਿਆ ਜਾਂਦਾ ਹੈ। ਤਿੰਨਾਂ ਆਜ਼ਾਦੀ ਘੁਲਾਟੀਆਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਸੰਘਰਸ਼ ਦਾ ਗੀਤ ਗਾਇਆ। ਇਸ ਤੋਂ ਉਪਰੰਤ ਉਹਨਾਂ ਨੂੰ ਆਖਰੀ ਇਸ਼ਨਾਨ ਕਰਕੇ ਕਾਲੇ ਕੱਪੜੇ ਪਾਉਣ ਦੇ ਹੁਕਮ ਦੇ ਦਿੱਤੇ ਜਾਂਦੇ ਨੇ। ਤਿੰਨਾਂ ਆਜ਼ਾਦੀ ਘੁਲਾਟੀਆਂ ਨੂੰ ਕਾਲੇ ਕੱਪੜੇ ਪਵਾ ਕੇ ਉਹਨਾਂ ਦੇ ਮੂੰਹ ਨੰਗੇ ਰੱਖੇ ਜਾਂਦੇ ਨੇ। ਜਿਸ ਵੇਲੇ ਜੇਲ੍ਹ ਦੀ ਘੜੀ ਤੇ 6 ਵੱਜ ਜਾਂਦੇ ਨੇ ਤਾਂ ਸਾਰੇ ਕੈਦੀਆਂ ਨੂੰ ਦੂਰੋਂ ਬੇੜੀਆਂ ਦੇ ਵਿੱਚ ਬੰਦੇ ਕੁਝ ਵਿਅਕਤੀਆਂ ਦੀਆਂ ਬੇੜੀਆਂ ਦੀਆਂ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹਨਾਂ ਬੇੜੀਆਂ ਦੀਆਂ ਆਵਾਜ਼ਾਂ ਦੇ ਨਾਲ ਮੱਧਮ ਆਵਾਜ਼ ਦੇ ਵਿੱਚ ਇੱਕ ਗੀਤ ਸੁਣਦਾ ਹੈ, ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है। ਜਿਉਂ-ਜਿਉਂ ਬੇੜੀਆਂ ਦੇ ਵਿੱਚ ਜਕੜੇ ਇਹ ਤਿੰਨੇ ਨੌਜਵਾਨ ਅੱਗੇ ਵਧਦੇ ਨੇ, ਇਸ ਸੰਗੀਤ ਦੀ ਆਵਾਜ਼ ਹੋਰ ਉੱਚੀ ਹੁੰਦੀ ਜਾਂਦੀ ਹੈ। ਜਿਸ ਵੇਲੇ ਤਿੰਨੇ ਕ੍ਰਾਂਤੀਕਾਰੀ ਬਿਲਕੁਲ ਕੋਠੜੀਆਂ ਦੇ ਸਾਹਮਣੇ ਆ ਰੁਕਦੇ ਨੇ ਤਾਂ ਇੱਕਦਮ ਜੇਲ੍ਹ ਨਾਰਿਆਂ ਦੇ ਨਾਲ ਗੂੰਜ ਉੱਠਦੀ ਹੈ, ਇਨਕਲਾਬ ਜ਼ਿੰਦਾਬਾਦ, हिंदुस्तान जिंदाबाद, इनकलाब जिंदाबाद। ਤਿੰਨਾਂ ਹੀ ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਇਆ ਜਾਂਦਾ ਹੈ। ਤਿੰਨਾਂ ਨੂੰ ਜਿਸ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਣਾ ਸੀ, ਬੇਸ਼ੱਕ ਉਹ ਤਖਤਾ ਤਾਂ ਕਾਫੀ ਪੁਰਾਣਾ ਸੀ, ਪਰ ਫਾਂਸੀ ਦੇਣ ਵਾਲਾ ਜਲਾਦ ਬਹੁਤ ਹੀ ਤੰਦਰੁਸਤ। ਤਿੰਨੇ ਕ੍ਰਾਂਤੀਕਾਰੀ ਇੱਕ ਕਤਾਰ ਵਿੱਚ ਖੜੇ ਸਨ, ਵਿਚਕਾਰ ਭਗਤ ਸਿੰਘ ਅਤੇ ਆਸੇ-ਪਾਸੇ ਸੁਖਦੇਵ ਅਤੇ ਰਾਜਗੁਰੂ। ਤਾਂ ਇਸ ਵੇਲੇ ਜਲਾਦ ਪੁੱਛਦਾ ਹੈ ਕਿ ਸਭ ਤੋਂ ਪਹਿਲਾਂ ਕੌਣ ਜਾਵੇਗਾ, ਤਾਂ ਸੁਖਦੇਵ ਨੇ ਸਭ ਤੋਂ ਪਹਿਲਾਂ ਫਾਂਸੀ ਲੈਣ ਦੀ ਇੱਛਾ ਜ਼ਾਹਿਰ ਕੀਤੀ। ਇੱਕ ਤੋਂ ਬਾਅਦ ਇੱਕ ਜਲਾਦ ਨੇ ਤਿੰਨੇ ਰੱਸੀਆਂ ਖਿੱਚ ਦਿੱਤੀਆਂ। ਤਿੰਨਾਂ ਦੇ ਪੈਰਾਂ ਦੇ ਹੇਠ ਧਰੇ ਲੱਕੜ ਦੇ ਤਖਤੇ ਖਿੱਚ ਦਿੱਤੇ ਗਏ। ਲਾਸ਼ਾਂ ਕੁਝ ਸਮੇਂ ਤੱਕ ਫਾਂਸੀ ਦੇ ਫੰਦਿਆਂ ਤੇ ਹੀ ਲਟਕਦੀਆਂ ਰਹੀਆਂ। ਜਿਸ ਵੇਲੇ ਜੇਲ੍ਹ ਦੇ ਡਾਕਟਰ ਅਤੇ ਹੋਰ ਕਰਮਚਾਰੀ ਤਿੰਨਾਂ ਦੀ ਮੌਤ ਦੀ ਪੁਸ਼ਟੀ ਕਰਦੇ ਨੇ, ਉਸ ਤੋਂ ਬਾਅਦ ਹੀ ਤਿੰਨਾਂ ਦੀਆਂ ਲਾਸ਼ਾਂ ਨੂੰ ਫਾਂਸੀ ਦੇ ਫੰਦਿਆਂ ਤੋਂ ਉਤਾਰਿਆ ਜਾਂਦਾ ਹੈ। ਪਹਿਲਾਂ ਬ੍ਰਿਟਿਸ਼ ਹਕੂਮਤ ਦੇ ਵੱਲੋਂ ਸਾਜ਼ਿਸ਼ ਬਣਾਈ ਜਾਂਦੀ ਹੈ ਕਿ ਤਿੰਨਾਂ ਹੀ
क्रांतिकारियों का संस्कार जेल के अंदर ही कर दिता जाए। पर जिस वेले अंग्रेजी हुकूमत नूं इस सारी गल का इल्म हुंदा है कि जेकर जेल के अंदरों धुआं उठेगा तो बाहरों लोगों की भीड़ भड़क के जेल ते हमला कर देवेगी, तो बहुत ही नजायज़ ढंग दे नाल पहलां जेल की पिछली कंध तोड़ी जाती है। कंध तोड़ के एक ट्रक अंदर लिया के उस दे विच बड़ी बेरहमी दे नाल 3 लाशां नूं सुੱਟ दिता जाता है अते इथों लद के रावी दरिया के कंढे ते लिजाईयां जांदियां ने। पर जिस वेले अंग्रेजी अफसर देखते हैं कि रावी दरिया दे विच पानी बहुत थोड़ा है तो इथों ट्रक भजा के फिरोजपुर सतलुज के कंढे लिया जाता है, जिथे कि 3 ही आज़ादी घुलाटियां दियां लाशां दा अंतिम संस्कार करना शुरू कर दिता जाता है। हाले लांबू लाया ही जाता है कि आम लोगों नूं तद तक भिड़क लग गई हुंदी है। दूसरे पासे लोगों की भीड़ इन्हां चिखां दे वल वधदी देख के अंग्रेजी हुकूमत डर जाती है ਅਤੇ अपने वाहन लैके उतों फरार हो जाते हैं। अध सड़ियां लाशां नूं लैके लोग रोस मुजाहरे करने शुरू कर दिंदे ने। उधर लाहौर दे विच भी सारी गल दी भिणक लगन ते आवाम गुस्से दे विच आ जांदा है। लाहौर दे बाज़ारां दे विच रोस प्रदर्शन शुरू हो जाते हैं। मर्दां अते औरतां दे वल्लों काले कपड़े पा के लाहौर दे बाज़ारां दे विच काला प्रदर्शन करना शुरू कर दिता जाता है। जिस वेले सारी भीड़ अनारकली बाजार दे विच पहुंची हुंदी है तां अचानक ही संदेशा आ जाता है कि भगत सिंह, सुखदेव अते राजगुरू के परिवारों के वलों 3 ही आज़ादी घुलाटियां दियां अध सड़ियां लाशां लैके लाहौर पहुंच गए ने। तो उस वेले गुस्से विच आई सारी भीड़ अचानक भावुक हो जाती है, जिस तो बाद के परिवारां सने सारे आवाम के वलों 3 ही आज़ादी घुलाटियां दा रीति रिवाजां दे नाल अंतिम संस्कार किया जाता है। अपने बचाव दे विच अंग्रेजी हुकूमत जिला मैजिस्ट्रेट के वलों जिले दे विच हुक्म लागू करवा दिंदी है कि 3 ही आज़ादी घुलाटियां दा अंग्रेजी हुकूमत ने पूरे रीति रिवाजां दे नाल अंतिम संस्कार किया है, पर लोकां दा इस ते कोई असर नहीं हुंदा। लोकां दे विच अंग्रेजी हुकूमत दे खिलाफ गुस्सा देखदे ही बन रहा हुंदा है। 3 आज़ादी घुलाटियां दी इस शहादत ने 1947 दे विच होण वाली आज़ादी नूं एक चंगियारी दित्ती। शायद अंग्रेज अफसर इस गल तो अनजान सन कि जिन्हां नौजवानों नूं ओह फांसी दे तख्ते ते लटका रहे ने, इन्हां दी मौत 1947 दे विच अंग्रेजां दी भारत तो कूच दा एक कारण बन जावेगी। ब्यूरो रिपोर्ट ऑन एयर।